जी सवाल मेरा सी शायद आवाज तुहाडे तक नहीं पहुंची सी। नुकसान जानना चाहते ने सिख भाईचारे दे लोग कि दसो यूसीसी का नुकसान की है। ते दूजा जो नारंग साहब जिक्र कर रहे हैं कि ऑलरेडी बहुत सारिया चीज़ां सिमिलर नजर आउंदियां ने, इस करके सीधे तौर के उत्ते खास तौर पर सिख भाईचारे नूं तां इसका कोई इफेक्ट होएगा ही नहीं। देखो गौरव जी, मैं बेनती करनी चाहना भी सिख तां आनंद मैरिज एक्ट चाहुंदे आ। ਇਹ ਕਹਿੰਦੇ ਹਿੰਦੂ ਕੋਡ ਜਿਹੜਾ ਵਿਆਹ ਦਾ ਇਹਨਾਂ ਦਾ ਚੱਲਦਾ ਹੈ ਉਹਦੇ ਅੰਦਰ ਵਿਆਹ ਜਿਹੜੇ ਕਰੋ। ਅਸੀਂ ਤਾਂ ਹਿੰਦੂ ਉਹ ਇਹਨਾਂ ਨੂੰ ਮੁਬਾਰਕ। ਅਸੀਂ ਤਾਂ ਚਾਹੁੰਦੇ ਆਨੰਦ ਮੈਰਿਜ ਐਕਟ ਜਿਹੜਾ ਸਾਡਾ ਪੰਜਾਬ 'ਚ ਲਾਗੂ ਹੋਵੇ। ਔਰ ਇਹ ਕਹਿੰਦੇ ਆ ਨਹੀਂ ਪਹਿਲਾਂ ਹੀ ਬੜੇ ਖੁਸ਼ ਨੇ, ਇਹ ਬਿਲਕੁਲ ਇਹ ਗੱਲ ਗਲਤ ਕਹਿੰਦੇ। ਦੂਜੀ ਗੱਲ ਇਹ ਆਂਦੇ ਆ ਵੀ ਹਿੰਦੁਸਤਾਨ 'ਚ ਸਾਰੀਆਂ ਹੀ ਕਮਿਊਨਿਟੀਜ਼ ਰਹਿੰਦੀਆਂ ਨੇ ਔਰ ਜੇ ਉਹ ਇਕਸਾਰ ਹੋਣਗੀਆਂ, ਇਕਸਾਰ ਕਿਸ ਤਰ੍ਹਾਂ ਹੋਣਗੀਆਂ? ਰੁਜ਼ਗਾਰ ਦਿਓ ਸਾਰਿਆਂ ਨੂੰ, ਬਰਾਬਰ ਦੇ ਮੌਕੇ ਦਿਓ। ਲੋਕ ਤਾਂ ਰੋਟੀ ਤੋਂ ਤੰਗ ਨੇ ਇੱਥੇ ਹਿੰਦੁਸਤਾਨ ਦੇ ਵਿੱਚ, ਤੇ ਆਪਾਂ ਉਹਨਾਂ ਨੂੰ ਰੁਜ਼ਗਾਰ ਤਾਂ ਦਿੰਦੇ ਨਹੀਂ, ਬਰਾਬਰ ਦੇ ਹੱਕ ਤਾਂ ਦਿੰਦੇ ਨਹੀਂ, ਤੇ ਆਪਾਂ ਉਹਨਾਂ ਦੇ ਤੇ ਕਾਨੂੰਨ ਆਪਦਾ ਲਾਗੂ ਕਰਨਾ ਚਾਹੁੰਦੇ ਆ ਵੀ ਸਾਡਾ ਕਾਨੂੰਨ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਮੰਨ ਲਓ, ਕਿਉਂਕਿ ਸਾਨੂੰ ਵੋਟਾਂ ਚਾਹੀਦੀਆਂ ਨੇ। ਔਰ ਉਹਨਾਂ ਨੂੰ ਬਰਾਬਰ ਦੇ ਮੌਕੇ ਕਿਉਂ ਨਹੀਂ ਆਪਾਂ ਦਿੰਦੇ ਜਿਨ੍ਹਾਂ ਦੇ ਤੁਸੀਂ ਇਹ ਆਪਣੇ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਰਹਿੰਦੇ ਆ। ਲੋਕ ਤਾਂ ਵਿਚਾਰੇ 2 ਵੇਲੇ ਦੀ ਰੋਟੀ ਤੋਂ ਆਤਰ ਹੋ ਗਿਆ ਔਰ ਇੱਥੇ ਮਹਿੰਗਾਈ ਨੇ ਹਿੰਦੁਸਤਾਨ ਨੂੰ ਖਾ ਲਿਆ। ਔਰ ਉਹ ਉਸ ਲੈਵਲ ਤੇ ਤੁਸੀਂ ਕਿਉਂ ਨਹੀਂ ਜੇ ਇਹ ਗੱਲ ਕਹਿੰਦੇ ਵੀ ਜਿਹੜਾ ਇਹ ਗਰੀਬ ਆ ਉਹਨਾਂ ਨੂੰ ਅਸੀਂ ਮਤਲਬ ਸਸਤਾ ਦਿਆਂਗੇ, ਉਹਨਾਂ ਦਾ ਆਪਣਾ ਵਿਕਾਸ ਕਰਾਂਗੇ, ਉਹਨਾਂ ਨੂੰ ਨੌਕਰੀਆਂ ਦਿਆਂਗੇ, ਉਹਨਾਂ ਨੂੰ ਬਰਾਬਰ। ਤੁਸੀਂ ਅਮਰੀਕਾ ਦੀ ਗੱਲ ਕਰਦੇ ਜੇ, ਅਮਰੀਕਾ ਦੇ ਵਿੱਚ ਤਾਂ ਫਿਰ ਸਾਰਿਆਂ ਨੂੰ ਉਹਨਾਂ ਨੌਕਰੀਆਂ ਦਿੱਤੀਆਂ ਨੇ, ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ, ਸਾਰੇ ਲੋਕਾਂ ਦਾ ਆਪਣਾ ਜਿਹੜਾ ਹੈਗਾ ਮੈਡੀਕਲ ਫ੍ਰੀ ਆ। ਔਰ ਉੱਥੇ ਕੋਈ ਵੀ ਬੰਦਾ ਐਸਾ ਨਹੀਂਗਾ ਜਿਹੜਾ ਬੇਰੁਜ਼ਗਾਰ ਹੋਵੇ। ਇੱਥੇ ਬੇਰੁਜ਼ਗਾਰੀ ਖਾ ਚੱਲੀ ਹਿੰਦੁਸਤਾਨ ਨੂੰ, ਉੱਥੇ ਕਿਉਂ ਨਹੀਂ ਤੁਸੀਂ ਬਰਾਬਰਤਾ ਦੀ ਗੱਲ ਕਰਦੇ, ਜਿਹੜੀ ਆ ਸਿਵਲ ਕੋਡ ਦੀ ਗੱਲ ਕਰਦੇ ਵੀ ਇਹਨਾਂ ਨੂੰ ਨੌਕਰੀਆਂ ਠੀਕ ਹੈ, ਉੱਥੇ ਵੀ ਹੋਣੀ ਚਾਹੀਦੀ ਹੈ, ਉਸ ਦੇ ਵਿੱਚ ਕੋਈ ਡਾਊਟ ਨਹੀਂ ਹੈ। ਨਹੀਂ ਠੀਕ ਹੈ, ਉੱਥੇ ਨਹੀਂ ਪਰ ਦੋਵੇਂ ਅਲੱਗ ਇਸ਼ੂ ਨਜ਼ਰ ਆਉਂਦੇ ਨੇ ਨਾ। ਨਹੀਂ ਉੱਥੇ ਵੀ ਬਰਾਬਰੀ ਦਿਓ ਨਾ, ਉੱਥੇ ਸਿਵਲ ਕੋਡ ਲਾਗੂ ਕਿਉਂ ਨਹੀਂ ਹੁੰਦਾ? ਰੋਜ਼ਗਾਰ ਹੋ ਜਾਵੇ ਜਾਂ ਅਮਰੀਕਾ ਦੇ ਵਿੱਚ ਵੀ ਸਭ ਕੋਲ ਰੋਜ਼ਗਾਰ ਹੈ ਔਰ ਇੱਥੇ ਉਹਨਾਂ ਦੇ ਲਈ ਸਭ ਦੇ ਲਈ ਸੇਮ ਹੈ ਨਾ ਗੱਲ ਕਿ ਹਿੰਦੂਆਂ ਦੇ ਲਈ ਇੱਥੇ ਕਿਉਂ ਨਹੀਂ? ਜਿਹੜੇ ਉਹਨਾਂ ਦੇ ਧਰਮ ਗ੍ਰੰਥ ਜਿਹੜਾ ਸਿਵਲ ਕੋਡ ਲਾਗੂ ਕਰਨਾ ਹੈ ਇਹਦੇ ਵਾਸਤੇ ਕਰੋ, ਬੇਰੁਜ਼ਗਾਰੀ ਖਤਮ ਕਰੋ, ਮਹਿੰਗਾਈ ਖਤਮ ਕਰੋ। ਗੌਰਵ ਜੀ ਮੇਰੀ ਗੱਲ ਸੁਣੋ, ਹਿੰਦੁਸਤਾਨ ਵਿੱਚ ਆਪਾਂ ਪਾਸ ਉਧਰ ਗੱਲਾਂ ਕਰਦੇ ਅਮਰੀਕਾ ਦੀਆਂ ਬਹੁਤ ਘੱਟ ਹੈ। ਮੈਂ ਕਨਕਲੂਜਨ ਵਾਲੇ ਅਮਰੀਕਾ ਦੀਆਂ ਇੱਥੇ ਖਾਲਿਦ ਸਾਹਿਬ ਨੇ ਕਿਹਾ ਸੀ ਕਿ ਥੋੜੀ ਜਿਹੀ ਮੇਰੀ ਬੇਨਤੀ ਸੁਣ ਲਓ, ਥੋੜੀ ਜੀ 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 ਪਲੀਜ਼ ਤੁਸੀਂ ਕੰਪਲੀਟ ਕਰ ਲਓ। ਥੋੜੀ ਮੇਰੀ ਬੇਨਤੀ ਤਾਂ ਸੁਣ ਲਓ ਨਾ, ਮੇਰੀ ਬੇਨਤੀ। ਮੈਂ ਇਹ ਕਹਿਣਾ ਚਾਹਣਾ ਇੱਥੇ ਕਾਮਰੇਡ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਕਾਮਰੇਡ ਛਤਰੀਆਂ ਲਈ ਛੋਟੇ ਮੀਂਹ ਰੂਸ 'ਚ ਪੈਂਦਾ ਸੀ ਤੇ ਛਤਰੀਆਂ ਇੱਥੇ ਲਈ ਫਿਰਦੇ ਹੁੰਦੇ ਸੀ ਵੀ ਮੀਂਹ ਰੂਸ 'ਚ ਪੈ ਰਿਹਾ। ਇਹੋ ਹੀ ਗੱਲ ਇਹ ਕਰਨਾ ਚਾਹੁੰਦੇ ਆ। ਅਮਰੀਕਾ ਵਾਲਿਆਂ ਨੇ ਸਾਰਿਆਂ ਨੂੰ ਰੁਜ਼ਗਾਰ ਦਿੱਤਾ ਔਰ ਕੈਨੇਡਾ ਵਾਲਿਆਂ ਨੂੰ ਰੁਜ਼ਗਾਰ ਦਿੱਤਾ, ਬਾਕੀ ਸਟੇਟਾਂ ਨੇ ਸਾਡਾ ਮੁਲਕ ਤਾਂ ਬਾਹਰ ਨੂੰ ਭੱਜ ਲਿਆ, ਭੁੱਖ ਦਾ ਮਾਰਿਆ। ਇਹ ਇੱਥੇ ਸਿਵਲ ਕੋਡ ਲਾਗੂ ਕਰਨ ਡਏ ਨੇ ਸਾਰਿਆਂ ਦੇ ਉੱਤੇ। ਮਹਿੰਗਾਈ ਨੂੰ ਕੰਟਰੋਲ ਕਰੋ। ਹਾਂ, ਪੈਟਰੋਲ ਕਿੱਥੇ ਚਲਾ ਗਿਆ, ਡੀਜ਼ਲ ਕਿੱਥੇ ਚਲਾ ਗਿਆ? ਲੋਕ ਤਾਂ 2 ਵਜੇ ਰੋਟੀ ਤੋਂ ਆਪਣੇ ਢਿੱਡ ਨੂੰ ਝੁਲਕਾ ਦੇਣ ਤੋਂ ਇਹੋ ਜਿਹੇ ਤੰਗ ਨੇ। ਆਪਾਂ ਉਹਨਾਂ ਤੇ ਕਾਨੂੰਨ ਲਾਗੂ ਕਰੀ ਜਾਂਦੇ ਆ, ਹੋਰ ਗੱਲਾਂ ਬਹਿ ਕਰੀ ਜਾਂਦੇ ਆ ਵੀ ਅਸੀਂ ਕਾਨੂੰਨ ਲਾਗੂ ਕਰ ਦੇਣ ਲੱਗੇ ਆ ਜੀ। ਤੁਸੀਂ ਬੇਰੁਜ਼ਗਾਰੀ ਖਤਮ ਕਰੋ, ਨਸ਼ਾ ਖਤਮ ਕਰੋ, ਤੁਸੀਂ ਜਿਹੜੇ ਆਪਣੇ ਨੌਕਰੀਆਂ 'ਚ ਬਰਾਬਰਤਾ ਦਿਓ। ਉਹ ਕਿਉਂ ਨਹੀਂ ਜੀ ਕਰਦੇ? ਤੁਸੀਂ ਉਹ ਤਾਂ ਕਰਦੇ ਨਹੀਂ ਜੀ। ਆਪਾਂ ਉਲਟਾ ਨੇ ਆ ਵੀ ਸਾਰਾ ਸਾਡੇ ਵਾਲਾ ਕਾਨੂੰਨ ਮੰਨ ਲਓ ਤੇ ਸਿਵਲ ਕੋਡ ਮੰਨ ਲਓ, ਠੀਕ ਆ, ਤੇ ਆਪੋ ਆਪਣੇ ਧਰਮਾਂ ਦੇ ਲੋਕ ਜਿਹੜੇ ਰਹਿੰਦੇ ਉਹਨਾਂ ਨੇ ਆਪਣਾ ਧਰਮ ਮੰਨਣਾ, ਆਪਣਾ ਸੱਭਿਆਚਾਰ ਮੰਨਣਾ। ਜੀ ਮਨਜੀਤ ਜੀ ਤੁਹਾਡੀ ਗੱਲ ਆ ਗਈ, ਇੱਕ ਬਹੁਤ ਛੋਟਾ ਜਿਹਾ ਜਵਾਬ ਦਿਓ। ਤੁਸੀਂ ਕਿਹਾ ਨੌਕਰੀਆਂ ਦੇ ਵਿੱਚ ਬਰਾਬਰਤਾ ਦਿਓ, ਇਸ ਦਾ ਕੀ ਭਾਵ ਹੈ ਕਿ ਕਿਸੇ ਧਰਮ ਵਿਸ਼ੇਸ਼ ਦੇ ਹਿਸਾਬ ਦੇ ਨਾਲ ਨੌਕਰੀਆਂ ਮਿਲ ਰਹੀਆਂ ਨੇ? ਉੱਥੇ ਬਰਾਬਰਤਾ ਤੁਹਾਨੂੰ ਨਜ਼ਰ ਨਹੀਂ ਆਉਂਦੀ? ਨਹੀਂ, ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜਾ ਅਮਰੀਕਾ ਦੀ ਗੱਲ ਕਰਦੇ ਆ, ਜਿਹੜੇ ਅਮਰੀਕਾ ਜਾਂਦੇ ਆ ਸਿਵਲ ਕੋਡ ਲਾਗੂ ਹੈਗਾ, ਹੋਰਨਾਂ ਦੇਸ਼ਾਂ 'ਚ ਹੋਇਆ, ਉਹ ਤਾਂ ਨੌਕਰੀਆਂ ਸਾਰਿਆਂ ਨੂੰ ਬਰਾਬਰ ਦਿੰਦੇ ਆ। ਇੱਥੇ ਤਾਂ ਗਰੀਬ ਮਰ ਚੱਲੇ ਆ, 2 ਵਜੇ ਰੋਟੀ ਨਹੀਂ ਆ ਰਿਕਸ਼ੇ ਵਾਲਿਆਂ ਦੀ ਪੂਰੀ ਹੋ ਰਹੀ, ਵਿਚਾਰੇ ਮੰਗਤੇ ਆ, ਸੜਕਾਂ ਦੇ ਉੱਤੇ ਲੋਕ ਤੁਰੇ ਫਿਰਦੇ ਆ। ਤੇ ਉਹਦੇ ਵਾਸਤੇ ਕਾਨੂੰਨ ਬਣਾਓ, ਲੋਕਾਂ ਦੇ ਢਿੱਡ ਭਰੋ, ਲੋਕਾਂ ਨੂੰ ਰੋਟੀ ਦਿਓ। ਮੁਲਕ ਹਿੰਦੁਸਤਾਨ ਦਾ ਬਾਹਰ ਜਾ ਕੇ ਅਮਰੀਕਾ ਚਲਾ ਜਾ ਰਿਹਾ, ਉਹਦੇ ਵਾਲੇ ਆਪਾਂ ਧਿਆਨ ਨਹੀਂ ਦਿੰਦੇ। ਨਸ਼ੇ 'ਚ ਹਿੰਦੁਸਤਾਨ ਮਾਰਿਆ ਚੱਲਿਆ। ਅਲੱਗ-ਅਲੱਗ ਇਸ਼ੂ ਜ਼ਰੂਰ ਹੋ ਸਕਦੇ ਨੇ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਦੋਵੇਂ ਅਲੱਗ-ਅਲੱਗ। ਨਸ਼ਾ ਕਿੱਦਾਂ? ਨਸ਼ਾ ਬੰਦ ਕਰੋ। ਇੱਕ ਪਾਸੇ ਗਰੀਬੀ ਵਾਲੀ ਗੱਲ ਹੈਗੀ ਹੈ, ਗਰੀਬੀ ਭੁੱਖਮਰੀ ਦੀ ਗੱਲ ਹੋ ਸਕਦੀ ਹੈ, ਦੂਜੇ ਪਾਸੇ ਇਹ ਸਿਵਲ ਕੋਡ ਬਿਲਕੁਲ ਅਲੱਗ ਇੱਕ ਨਜ਼ਰ ਆ ਰਿਹਾ ਹੈ। ਮੈਂ ਬਹੁਤ ਛੋਟੇ ਕਮੈਂਟਸ ਲੈਣਾ ਚਾਹੂੰਗਾ ਖਾਲਿਦ ਸਾਹਿਬ। ਫਾਈਨਲ ਕਮੈਂਟ ਦੇਖੋ, ਆਪਾਂ ਡਿਸਕਸ਼ਨ ਦਾ ਜ਼ਰੂਰ ਕਰ ਰਹੇ ਹਾਂ। ਗੱਲ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਸਟੇਕ ਹੋਲਡਰਸ ਦੇ ਨਾਲ ਗੱਲ ਨਹੀਂ ਹੋ ਰਹੀ, ਪਰ ਲਾਅ ਕਮਿਸ਼ਨ ਸੁਝਾਅ ਮੰਗ ਰਿਹਾ ਹੈ। ਤੁਸੀਂ ਜਾਂ ਕੋਈ ਵੀ ਕਮਿਊਨਿਟੀ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਸੁਝਾਅ ਤਾਂ ਦੇ ਸਕਦਾ ਹੈ। ਹੋਪਫੁਲੀ ਤੁਹਾਡੇ ਵੀ ਸੁਝਾਅ ਤੁਸੀਂ ਵੀ ਦਿੱਤੇ ਹੋਣਗੇ।
ਦੇਖੋ ਸੁਝਾਅ ਦੇਣੇ ਚਾਹੀਦੇ ਉਹਦੇ ਤੇ ਕੋਈ ਦੋ ਰਾਏ ਨਹੀਂ। ਇੱਕ ਚੀਜ਼ ਕਲੀਅਰਲੀ ਹੈ, ਸਾਡਾ ਜਿਹੜਾ ਸੰਵਿਧਾਨ ਹੈ ਫੰਡਾਮੈਂਟਲ ਰਾਈਟਸ ਜੀ, ਉਹ ਕਲੀਅਰਲੀ ਇਹ ਗੱਲ ਕਹਿੰਦੇ ਹੈ ਕਿ ਹਰ ਇੱਕ ਕਮਿਊਨਿਟੀ ਨੂੰ ਆਪਣਾ ਕਲਚਰ, ਆਪਣਾ ਸੱਭਿਆਚਾਰ, ਆਪਣੀ ਬੋਲੀ, ਆਪਣਾ ਧਰਮ ਉਹਨੂੰ ਪ੍ਰਫੁੱਲਤ ਕਰਨ ਦੀ, ਉਹਨੂੰ ਕਨਫੈਸ ਕਰਨ ਦੀ ਪੂਰੀ ਆਜ਼ਾਦੀ ਹੈ। ਠੀਕ ਹੈ। ਅਗਰ ਤੁਸੀਂ ਯੂਨੀਫਾਰਮ ਸਿਵਲ ਕੋਡ ਲਾਗੂ ਕਰਦੇ ਹੋ ਤਾਂ ਉਹਨਾਂ ਨੂੰ ਉਹ ਅਧਿਕਾਰ ਜਿਹੜਾ ਫੰਡਾਮੈਂਟਲ ਹੈ ਉਹ ਡਿਨਾਈ ਕਰ ਰਹੇ ਹੋ, ਕਿਉਂਕਿ ਯੂਨੀਫਾਰਮ ਸਿਵਲ ਕੋਡ ਡੈਫੀਨਿਟਲੀ ਜਿਹੜੀਆਂ ਕਮਿਊਨਿਟੀਜ਼ ਹੈ ਉਹਨਾਂ ਨੂੰ ਉਹਨਾਂ ਦੀ ਪਰਸਨਲ ਲਾਈਫ ਦੇ ਨਾਲ ਜੁੜੇ ਹੋਏ ਜਿੰਨੇ ਰਾਈਟਸ ਹੈ ਉਹਨਾਂ ਤੋਂ ਦੂਰ ਕਰੇਗਾ, ਨੰਬਰ 1। ਦੂਸਰੀ ਗੱਲ ਇਹ ਹੈਗੀ ਹੈ, ਕਿਆ ਜਿਹੜਾ ਹਿੰਦੂ ਕੋਡ ਬਿੱਲ ਹੈ ਜਾਂ ਹਿੰਦੂ ਮੈਰਿਜ ਐਕਟ ਹੈ ਜਾਂ ਦੂਸਰੇ ਲੋਕਲ ਮੈਰਿਜ ਐਕਟ ਹੈ, ਕਿਆ ਉਹ ਸਾਰੇ ਖਤਮ ਹੋ ਕੇ ਯੂਨੀਫਾਰਮ ਸਿਵਲ ਕੋਡ ਦੇ ਵਿੱਚ ਮਰਜ ਹੋਣਗੇ? ਕਿਆ ਜਿਹੜੇ ਟ੍ਰਾਈਬਲ ਲਾਜ਼ ਹੈ ਉਹ ਇਹਦੇ ਵਿੱਚ ਮਰਜ ਹੋਣਗੇ? ਕਿਆ ਜਿਹੜੀਆਂ ਕਮਿਊਨਿਟੀਜ਼ ਵੀ ਆਪਣੇ ਪਰਸਨਲ ਲਾਜ਼ ਦੇ ਮੁਤਾਬਕ ਚੱਲਦੀਆਂ ਆਪਣੇ ਰੀਤੀ ਰਿਵਾਜ ਉਹਨਾਂ ਨੂੰ ਸਪੇਸ ਦੋਗੇ? ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਨਾਲ ਬਜਾਏ ਇਸ ਦੇ ਕਿ ਯੂਨਿਟੀ ਕ੍ਰੀਏਟ ਹੋਊਗੀ, ਇਹਦੇ ਨਾਲ ਹੋਰ ਜ਼ਿਆਦਾ ਖਲਾਰਾ ਪਊਗਾ। ਠੀਕ ਹੈ। ਨਾਰੰਗ ਸਾਹਿਬ, ਫਾਈਨਲ ਕਮੈਂਟ ਤੁਹਾਡਾ। ਇਹਨੂੰ 2024 ਦਾ ਏਜੰਡਾ ਸਮਝਿਆ ਜਾਵੇ। ਬੀਜੇਪੀ ਨੇ ਮੁੱਖ 3 ਏਜੰਡਿਆਂ ਦੇ ਉੱਤੇ ਕੰਮ ਕੀਤਾ, ਇੱਕ ਰਾਮ ਮੰਦਰ, 370 ਤੇ ਤੀਜਾ UCC। ਕਿ ਹੁਣ ਇਹ 24 ਦਾ ਏਜੰਡਾ ਹੈ? ਗੌਰਵ ਜੀ, ਇਹਨੂੰ ਕਿਸੇ ਏਜੰਡੇ ਨਾਲ ਨਹੀਂ ਆਪਾਂ ਨੂੰ ਜੋੜ ਕੇ ਦੇਖਣਾ ਚਾਹੀਦਾ। ਮੈਂ ਤੁਹਾਨੂੰ 2 ਮਿੰਟ 'ਚ ਗੱਲ ਖਤਮ ਕਰ ਦੂੰਗਾ ਜੀ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਘੱਟ ਟਾਈਮ ਦੇ ਪਾਉਂਗਾ। ਪਲੀਜ਼ ਕਨਕਲੂਡ ਕਰ। 1 ਮਿੰਟ ਦੇ ਵਿੱਚ ਹੀ ਤੁਹਾਨੂੰ 30 ਸੈਕਿੰਡ ਦੀ ਗੱਲ ਖਤਮ ਕਰ ਦਿੰਦਾ। ਦੇਖੋ, ਆਪਣੇ ਸਮਾਜ ਦੇ ਵਿੱਚ ਪਹਿਲਾਂ ਸਤੀ ਪ੍ਰਥਾ ਸੀਗੀ। ਸਮਾਜ, ਹਿੰਦੂ ਸਮਾਜ 'ਚ ਵੀ ਬਹੁਤ ਕੁਰੀਤੀਆਂ ਸੀਗੀਆਂ। ਵੂਮਨਸ ਦੇ ਨਾਲ ਕਈ ਤਰ੍ਹਾਂ ਦੀ ਡਿਸਇਕੁਐਲਿਟੀ ਹੁੰਦੀ ਸੀ। ਸਮੇਂ-ਸਮੇਂ ਸਿਰ ਕਾਨੂੰਨ ਬਣਾ ਕੇ ਉਹਨਾਂ ਡਿਸਇਕੁਐਲਿਟੀਜ਼ ਨੂੰ ਖਤਮ ਕੀਤਾ ਗਿਆ। ਠੀਕ ਹੈ। ਕੋਈ ਐਵੇਂ ਵੀ ਖਾਲਿਦ ਸਾਹਿਬ ਨੇ ਵੀ ਮੰਨਿਆ 2 ਟ੍ਰਿਪਲ ਤਲਾਕ ਹੈਗਾ, ਪਰ ਇਹ ਮੰਨਦੇ ਨੇ ਕਿ ਉਹ ਕੁਰੀਤੀ ਸੀ ਤੇ ਇਹਨੂੰ ਮੁਹੰਮਦ ਇਹਨਾਂ ਮੰਨਦਾ ਨਹੀਂ ਸੀ। ਤੇ ਜੇ ਕੋਈ ਸਮਾਜਿਕ ਕੁਰੀਤੀਆਂ ਖਤਮ ਕਰਨ ਲਈ ਔਰ ਵੂਮਨਸ ਨੂੰ ਐਮਪਾਵਰ ਕਰਨ ਲਈ, ਇਕੁਐਲਿਟੀ ਦੇਣ ਲਈ ਜੇ ਕੋਈ ਕਾਨੂੰਨ ਲਿਆਇਆ ਜਾਂਦਾ ਤਾਂ ਆਪਾਂ ਨੂੰ ਉਹਦਾ ਬੜੇ ਦਿਲ ਨਾਲ ਸਵਾਗਤ ਕਰਨਾ ਚਾਹੀਦਾ। ਦੇਖੋ, ਜਿੰਨੇ ਵੀ ਇਹਦੇ 'ਚ ਜਿੰਨਾ ਮੈਂ ਸਮਝ ਪਾਇਆ ਖਾਲਿਦ ਸਾਹਿਬ ਤੋਂ, ਮਨਜੀਤ ਸਿੰਘ ਜੀ ਤੋਂ, ਕਿ ਇਹ ਲਾਅ ਆਫ ਇਨਹੈਰੀਟੈਂਸ ਤੇ ਇਹਨਾਂ ਨੂੰ ਡਿਸਪਿਊਟ ਆ, ਹੋ ਸਕਦਾ ਇਹਨਾਂ ਦੇ ਵਿਚਾਰ ਸਾਡੇ ਨਾਲ ਭਿੰਨ ਹੋ ਸਕਦੇ ਆ, ਲਾਅ ਆਫ ਅਡਾਪਸ਼ਨ ਤੇ ਹੋ ਸਕਦਾ। ਤੇ ਆਪਾਂ ਨੂੰ ਉਹਦੇ 'ਚ ਜੇ ਆਪਾਂ ਬੜੇ ਦਿਲ ਨਾਲ ਇਸ ਚੀਜ਼ ਨੂੰ ਕਰੀਏ ਕਿ ਬੱਚਾ ਬੱਚੀ ਦੋਨਾਂ ਦਾ ਬਰਾਬਰ ਅਧਿਕਾਰ ਰਹੇ, ਤੇ ਇਸ ਤੋਂ ਇਲਾਵਾ ਤਾਂ ਹੋਰ ਕਾਨੂੰਨ ਕੀ ਆ ਜਾਏਗਾ? ਤੇ ਥੋੜਾ ਜਿਹਾ ਸਮਝਣਾ ਚਾਹੀਦਾ ਕਿ ਜੋ ਵੀ ਯੂਨੀਫਾਰਮ ਸਿਵਲ ਕੋਡ ਆ, ਇਹਦੇ ਨਾਲ ਵੂਮਨਸ ਦੀ ਐਮਪਾਵਰਮੈਂਟ ਹੋਣੀ ਆ, ਜਿਵੇਂ ਟ੍ਰਿਪਲ ਤਲਾਕ ਐਕਟ ਨਾਲ ਹੋਈ ਸੀ। ਤੇ ਆਪਾਂ ਸਾਰਿਆਂ ਨੂੰ ਇਹਦਾ ਬ੍ਰੌਡਰ ਖੁੱਲੇ ਦਿਲ ਦੇ ਨਾਲ ਇਹਨੂੰ ਸਵੀਕਾਰ ਵੀ ਕਰਨਾ ਚਾਹੀਦਾ। ਇੱਥੇ ਆਪਾਂ ਨੂੰ ਆਪਣੇ ਸੁਜੈਸ਼ਨਸ ਵੀ ਦੇਣੇ ਚਾਹੀਦੇ ਨੇ ਔਰ ਉਹਨਾਂ ਸੁਜੈਸ਼ਨਸ ਨੂੰ ਇਨਕੋਰਪੋਰੇਟ ਕਰਾ ਕੇ ਇੱਕ ਹੈਲਦੀ ਲਾਅ ਸਾਹਮਣੇ ਲਿਆਉਣਾ ਚਾਹੀਦਾ ਤਾਂ ਕਿ ਸਮਾਜ ਦਾ ਵਿਕਾਸ ਹੋ ਸਕੇ। ਠੀਕ ਹੈ ਸਰ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਉਮੀਦ ਕਰਦੇ ਹਾਂ ਕਿ ਤੁਹਾਡੀਆਂ ਜਿਹੜੇ ਪੁਆਇੰਟਸ ਆ ਉਹ ਪਹੁੰਚੇ ਹੋਣਗੇ, ਕਿਉਂਕਿ ਡਿਸਕਸ਼ਨਸ ਆਰ ਓਪਨ। ਤਾਂ ਅੱਗੇ ਵੀ ਉਮੀਦ ਹੈ ਕਿ ਇਸ ਦੇ ਉੱਤੇ ਗੱਲਬਾਤ ਹੁੰਦੀ ਰਹੇਗੀ। ਖਾਲਿਦ ਸਾਹਿਬ ਬਹੁਤ ਬਹੁਤ ਧੰਨਵਾਦ, ਨਾਰੰਗ ਸਾਹਿਬ ਧੰਨਵਾਦ, ਤੇ ਮਨਜੀਤ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਜੇਕਰ UCC ਇੰਪਲੀਮੈਂਟ ਹੁੰਦਾ, ਇਸ ਦਾ ਇੱਕ ਪ੍ਰਾਪਰਟੀ ਦੀ ਵੰਡ ਨੂੰ ਲੈ ਕੇ ਵੀ ਅਸਰ ਨਜ਼ਰ ਆਏਗਾ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੇ ਪੇਰੈਂਟਸ ਨੇ ਉਹ 50% ਆਪਣੇ ਬੱਚਿਆਂ ਤੱਕ ਉਹਨਾਂ ਨੂੰ ਆਪਣੀ ਪ੍ਰਾਪਰਟੀ ਦੇਣੀ ਹੋਵੇਗੀ। ਜੋ ਡਿਸਕਸ਼ਨਸ ਦੇ ਵਿੱਚ ਹੁਣ ਤੱਕ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ, ਬੱਚਿਆਂ ਦੇ ਵਿੱਚ ਚਾਹੇ ਉਹ ਬੇਟਾ ਹੋਵੇ ਚਾਹੇ ਬੇਟੀ ਹੋਵੇ, ਉਹ ਚਾਹੇ ਹਿੰਦੂ ਹੋਵੇ ਚਾਹੇ ਮੁਸਲਿਮ ਹੋਵੇ, ਸਿੱਖ ਹੋਵੇ ਜਾਂ ਕੋਈ ਵੀ ਹੋਵੇ, ਯਾਨੀ ਕਿ ਜੇਕਰ ਕਿਸੇ ਪੇਰੈਂਟਸ ਦੇ 3 ਬੱਚੇ ਨੇ, ਉਹਨਾਂ ਦੇ ਵਿੱਚ 2 ਕੁੜੀਆਂ ਨੇ 1 ਮੁੰਡਾ ਹੈ, ਤਾਂ ਜੇ ਪ੍ਰਾਪਰਟੀ ਡਿਸਟ੍ਰੀਬਿਊਟ ਹੋ ਰਹੀ ਹੈ ਤਾਂ ਤਿੰਨਾਂ ਦੇ ਵਿੱਚ ਹੋਏਗੀ। ਬੇਸਿਕਲੀ ਜਿਹੜੀਆਂ ਵਿਮਨਸ ਹੈ ਉਹਨਾਂ ਨੂੰ ਇੰਪਾਵਰ ਕਰਨ ਦਾ ਦਾਅਵਾ ਬੀਜੇਪੀ ਦੇ ਵੱਲੋਂ, ਜਿਵੇਂ ਤੁਸੀਂ ਸੁਣਿਆ, ਉਹ ਕੀਤਾ ਜਾ ਰਿਹਾ। ਖੈਰ, ਲੱਗ ਰਿਹਾ ਕਿ ਇੱਕ ਅਜਿਹਾ ਇਸ਼ੂ ਹੈ ਜਿਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਚਰਚਾ ਹੁੰਦੀ ਰਹੇਗੀ, ਤੇ ਚਰਚਾ ਤੋਂ ਬਾਅਦ, ਸੁਝਾਵਾਂ ਤੋਂ ਬਾਅਦ ਕੀ ਕੁਝ ਹੁੰਦਾ ਹੈ ਔਰ ਪੋਲੀਟੀਕਲ ਤੌਰ ਦੇ ਉੱਤੇ ਕਿੰਨਾ ਇਸ ਦਾ ਅਸਰ 2024 ਦੇ ਇਲੈਕਸ਼ਨਸ ਦੇ ਵਿੱਚ ਨਜ਼ਰ ਆਉਂਦਾ ਹੈ, ਉਸ ਤੇ ਵੀ ਨਜ਼ਰ ਰਹੇਗੀ। ਫਿਲਹਾਲ ਦੇ ਲਈ ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਨਹੀਂ।